ਇਸ ਵੀਡੀਓ ਦੇ ਵਿੱਚ ਆਪਾਂ ਈਟੀਟੀ ਕੈਡਰ ਦੇ ਇੱਕ ਟੌਪਿਕ ਨਾਗਰਿਕ ਸ਼ਾਸਤਰ ਦੇ ਵਿੱਚ ਜੋ ਆਪਣਾ ਚੈਪਟਰ ਦਿੱਤਾ ਹੋਇਆ ਲੋਕਤੰਤਰ ਦਾ ਅਰਥ ਅਤੇ ਮਹੱਤਵ, ਉਸੇ ਨੂੰ ਕੰਟੀਨਿਊ ਕਰਦੇ ਹੋਏ ਆਪਾਂ 7th ਕਲਾਸ ਦੀ SST ਦੀ ਬੁੱਕ ਪੜ੍ਹਾਂਗੇ ਨਾਗਰਿਕ ਸ਼ਾਸਤਰ, ਜਿਹਦੇ ਵਿੱਚ ਆਪਣਾ ਦਿੱਤਾ ਹੈ ਲੋਕਤੰਤਰ ਅਤੇ ਸਮਾਨਤਾ। ਚਲੋ ਆਪਾਂ ਇਹਦਾ 28ਵਾਂ ਜੋ ਲੈਸਨ ਹੈ ਆਪਣਾ ਸ਼ੁਰੂ ਹੁੰਦਾ, ਪਹਿਲਾ ਹੀ ਲੈਸਨ ਹੈ ਨਾਗਰਿਕ ਸ਼ਾਸਤਰ ਦਾ 7ਵੀਂ ਕਲਾਸ ਦੀ ਬੁੱਕ 'ਚ, ਉਹਨੂੰ ਪੜ੍ਹਦੇ ਹਾਂ। ਤਾਂ ਇਹ ਹੈਗਾ ਆਪਣਾ 18ਵਾਂ ਲੈਸਨ ਹੈ, 28ਵਾਂ ਨਹੀਂ ਹੈ, 18ਵਾਂ ਲੈਸਨ ਹੈ ਲੋਕਤੰਤਰ ਅਤੇ ਸਮਾਨਤਾ। ਲੋਕਤੰਤਰ ਅਤੇ ਸਮਾਨਤਾ ਇਹ ਚੈਪਟਰ ਆਪਾਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ, ਜੋ ਕਿ ਆਪਣੇ ETT ਕੈਡਰ ਦੇ ਵਿਦਿਆਰਥੀਆਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਆਪਾਂ ਪੂਰੀ ਬੁੱਕ ਪੜ੍ਹਾਂਗੇ 7th ਕਲਾਸ ਦੀ, ਫਿਰ 8th ਕਲਾਸ ਦੀ ਨਾਗਰਿਕ ਸ਼ਾਸਤਰ ਦੀ ਬੁੱਕ ਪੜ੍ਹਾਂਗੇ, 9th ਔਰ 10th ਦੇ ਵਿੱਚ ਵੀ ਜੇਕਰ ਆਪਾਂ ਨੂੰ ਕੁਛ ਹੈ ਤਾਂ ਉਹ ਵੀ ਪੜ੍ਹਾਂਗੇ। ਤਾਂ ਸ਼ੁਰੂ ਕਰਦੇ ਹਾਂ ਪਹਿਲਾਂ ਇਹ ਚੈਪਟਰ 7th ਕਲਾਸ ਦਾ 18ਵਾਂ ਲੋਕਤੰਤਰ ਅਤੇ ਸਮਾਨਤਾ। ਇਹ ਚੈਪਟਰ ਦੇ ਵਿੱਚ ਕੀ ਦੱਸਿਆ ਗਿਆ ਲੋਕਤੰਤਰ ਦੇ ਬਾਰੇ, ਇਸ ਬਾਰੇ ਆਪਾਂ ਜਾਣਦੇ ਹਾਂ। ਤਾਂ ਸ਼ੁਰੂ ਕਰਦੇ ਹਾਂ। ਭਾਰਤ ਇੱਕ ਲੋਕਤੰਤਰੀ ਗਣਰਾਜ ਹੈ। ਲੋਕਤੰਤਰੀ ਗਣਰਾਜ ਹੈ ਭਾਵ ਲੋਕਾਂ ਦਾ ਜਿੱਥੇ ਸ਼ਾਸਨ ਚੱਲਦਾ ਹੈ, ਅਜਿਹਾ ਗਣਰਾਜ ਹੈ ਜਿੱਥੇ ਜੋ ਸ਼ਾਸਨ ਕਰਨ ਦੀ ਸ਼ਕਤੀ ਹੈ ਉਹ ਲੋਕਾਂ ਦੇ ਹੱਥ ਵਿੱਚ ਹੈ। ਗਣਰਾਜ ਹੈ ਭਾਵ ਗਣਰਾਜ ਦਾ ਮਤਲਬ ਉਹ ਹੁੰਦਾ ਜਿਸ ਦੇਸ਼ ਦਾ ਮੁਖੀ ਜੋ ਹੈ ਵੰਸ਼ਾਨੁਗਤ ਸ਼ਾਸਨ ਨਹੀਂ ਕਰਦਾ, ਭਾਵ ਪੀੜ੍ਹੀ ਦਰ ਪੀੜ੍ਹੀ ਰਾਜੇ ਦਾ ਬੇਟਾ ਰਾਜਾ ਨਹੀਂ ਬਣਦਾ, ਬਲਕਿ ਲੋਕ ਆਪਣੇ ਦੇਸ਼ ਦੇ ਪ੍ਰਤੀਨਿਧੀ ਨੂੰ ਆਪਣੇ ਮੁੱਖ ਉੱਚ ਅਹੁਦੇ ਦਾ ਜੋ ਹੈ ਸਰਵਉੱਚ ਅਧਿਕਾਰੀ ਹੈ ਉਸ ਨੂੰ ਖੁਦ ਚੁਣਦੇ ਆ। ਲੋਕ ਆਪਣੇ ਪ੍ਰਤੀਨਿਧੀਆਂ ਦੁਆਰਾ ਰਾਸ਼ਟਰਪਤੀ ਦੀ ਚੋਣ ਕਰਦੇ ਆ। ਜਿੱਥੇ ਦੇਸ਼ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਉਸ ਨੂੰ ਆਪਾਂ ਗਣਰਾਜ ਕਹਿੰਦੇ ਹਾਂ। ਲੋਕਤੰਤਰ ਸਰਕਾਰ ਦੀ ਇੱਕ ਕਿਸਮ ਹੈ। ਲੋਕਤੰਤਰ ਜੋ ਹੈ ਸਰਕਾਰ ਦੀ ਇੱਕ ਕਿਸਮ ਹੈ। ਜਿਸ ਲੋਕਤੰਤਰੀ ਸਰਕਾਰ ਵਾਲੇ ਰਾਜ ਦਾ ਮੁਖੀਆ ਚੁਣਿਆ ਹੋਇਆ ਹੋਵੇ ਤਾਂ ਉਸ ਨੂੰ ਗਣਰਾਜ ਰਾਜ ਕਿਹਾ ਜਾਂਦਾ ਹੈ, ਭਾਵ ਰਾਜ ਦਾ ਜੋ ਮੁਖੀ ਹੈ ਉਹ ਚੁਣਿਆ ਹੋਇਆ ਹੋਵੇਗਾ ਤਾਂ ਉਸ ਰਾਜ ਦਾ ਜੋ ਲੋਕਤੰਤਰ ਹੈ ਉਹ ਗਣਤੰਤਰ ਹੋਏਗਾ। ਠੀਕ ਹੈ, ਉਹ ਗਣਤੰਤਰ ਰਾਜ ਹੋਏਗਾ। ਭਾਰਤ ਰਾਜ ਦਾ ਮੁਖੀ ਰਾਸ਼ਟਰਪਤੀ ਚੁਣਿਆ ਹੋਇਆ ਹੈ, ਇਸ ਲਈ ਸਾਡੇ ਦੇਸ਼ ਦੀ ਸਰਕਾਰ ਨੂੰ ਲੋਕਤੰਤਰੀ ਗਣਰਾਜ ਕਿਹਾ ਜਾਂਦਾ ਹੈ। ਭਾਰਤ ਦਾ ਜੋ ਮੁਖੀ ਹੈ ਰਾਸ਼ਟਰਪਤੀ, ਉਸ ਨੂੰ ਲੋਕਾਂ ਦੁਆਰਾ ਹੀ ਚੁਣਿਆ ਜਾਂਦਾ ਹੈ। ਲੋਕਾਂ ਦੇ ਪ੍ਰਤੀਨਿਧੀ ਅੱਗੇ ਰਾਸ਼ਟਰਪਤੀ ਦੀ ਚੋਣ ਕਰਦੇ ਆ। ਅਪ੍ਰਤੱਖ ਵੋਟ ਮਤਾਧਿਕਾਰ ਜੋ ਪ੍ਰਯੋਗ ਕੀਤਾ ਜਾਂਦਾ ਹੈ, ਅਪ੍ਰਤੱਖ ਤੌਰ 'ਤੇ ਇਸ ਨੂੰ ਚੁਣਿਆ ਜਾਂਦਾ ਹੈ। एकल ਹਸਤਾਂਤਰਿਤ ਪ੍ਰਤੀਨਿਧਤਾ ਜੋ ਵੋਟ ਪ੍ਰਣਾਲੀ ਹੈਗੀ ਹੈ ਇਸ ਦੇ ਨਾਲ ਚੁਣਦੇ ਆ। ਤਾਂ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਭਾਰਤ ਜੋ ਹੈ ਇੱਕ ਗਣਤੰਤਰ ਹੈ, ਲੋਕਤੰਤਰੀ ਗਣਰਾਜ ਹੈ। ਲੋਕਤੰਤਰੀ ਦੇਸ਼ ਵਿੱਚ ਦੇਸ਼ ਦਾ ਸ਼ਾਸਨ ਚਲਾਉਣ ਦੀ ਸ਼ਕਤੀ ਸਾਰੇ ਲੋਕਾਂ ਦੇ ਕੋਲ ਹੁੰਦੀ ਹੈ। ਦੇਸ਼ ਦਾ ਸ਼ਾਸਨ ਚਲਾਉਣ ਦੀ ਸ਼ਕਤੀ ਕਿਹਦੇ ਕੋਲ ਹੁੰਦੀ ਹੈ? ਲੋਕਾਂ ਦੇ ਕੋਲ ਹੁੰਦੀ ਹੈ। ਲੋਕਤੰਤਰ ਦੇ ਵਿੱਚ ਸ਼ਾਸਨ ਚਲਾਉਣ ਲਈ ਸਾਰਿਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਹਿੱਸਾ ਲੈਣ ਦਾ ਅਧਿਕਾਰ ਹੈ। ਸ਼ਾਸਨ ਚਲਾਉਣ ਦੇ ਲਈ ਸਾਰਿਆਂ ਨੂੰ ਹੀ, ਸਾਰੇ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਹਿੱਸਾ ਚਲਾਉਣ ਦੀ ਲਈ ਹਿੱਸਾ ਲੈਣ ਦਾ ਅਧਿਕਾਰ ਹੈ। ਭਾਵੇਂ ਉਹ ਹਿੱਸਾ ਲੈਣ ਜਾਂ ਨਾ, ਭਾਵੇਂ ਲੋਕ ਹਿੱਸਾ ਲੈਣ ਭਾਵੇਂ ਨਾ ਲੈਣ, ਪਰ ਸਾਰਿਆਂ ਨੂੰ ਇਸ ਦਾ ਅਧਿਕਾਰ ਹੈ। ਜਦੋਂ ਦੇਸ਼ ਦੇ ਲੋਕ ਆਪਣੇ ਪ੍ਰਤੀਨਿਧੀ ਨੂੰ ਚੁਣ ਕੇ ਭੇਜਦੇ ਹਨ ਤਾਂ ਉਹ ਅਸਿੱਧੇ ਤੌਰ 'ਤੇ ਹਿੱਸਾ ਲੈਂਦੇ ਹਨ। ਭਾਵ ਜਦੋਂ ਆਪਾਂ ਕਿਸੇ MLA MP ਨੂੰ ਜਦੋਂ ਚੁਣਦੇ ਹਾਂ ਅਤੇ ਲੋਕ ਸਭਾ ਦੇ ਵਿੱਚ, ਸੰਸਦ ਦੇ ਵਿੱਚ ਭੇਜਦੇ ਹਾਂ ਤਾਂ ਆਪਾਂ ਅਸਿੱਧੇ ਤੌਰ 'ਤੇ ਹਿੱਸਾ ਲੈਂਦੇ ਹਾਂ ਇਸ ਲੋਕਤੰਤਰ ਦੇ ਵਿੱਚ। ਅਤੇ ਜਿਹੜੇ ਚੁਣੇ ਹੋਏ ਪ੍ਰਤੀਨਿਧੀ ਸਰਕਾਰ ਦੀਆਂ ਨੀਤੀਆਂ ਬਣਾਉਂਦੇ ਨੇ, ਜੋ ਆਪਣੇ MP MLA ਚੁਣ ਕੇ ਜਾ ਕੇ ਅੱਗੇ ਕੈਬਨਿਟ ਦੇ ਮੰਤਰੀ ਬਣਦੇ ਨੇ ਅਤੇ ਇਹ ਜੋ ਨੇ ਇਹ ਸਰਕਾਰ ਦੀਆਂ ਅੱਗੇ ਜਾ ਕੇ ਨੀਤੀਆਂ ਬਣਾਉਂਦੇ ਨੇ, ਉਹ ਸਿੱਧੇ ਤੌਰ 'ਤੇ ਹਿੱਸਾ ਲੈਂਦੇ ਨੇ ਲੋਕਤੰਤਰ ਦੇ ਵਿੱਚ। ਠੀਕ ਹੈ, ਲੋਕਤੰਤਰ ਵਿੱਚ ਸਰਕਾਰ ਦੀਆਂ ਨੀਤੀਆਂ ਦਾ ਫੈਸਲਾ ਲੋਕਾਂ ਦੀ ਇੱਛਾ ਦੇ ਅਨੁਸਾਰ ਕੀਤਾ ਜਾਂਦਾ ਹੈ। ਸਰਕਾਰ ਦੀਆਂ ਨੀਤੀਆਂ ਦਾ ਜੋ ਫੈਸਲਾ ਹੈ ਉਹ ਲੋਕਤੰਤਰ ਦੇ ਵਿੱਚ ਲੋਕਾਂ ਦੀ ਇੱਛਾ ਦੇ ਅਨੁਸਾਰ ਕੀਤਾ ਜਾਂਦਾ ਹੈ ਕਿ ਲੋਕਾਂ ਦੀ ਕਿਸ ਚੀਜ਼ ਵਿੱਚ ਰੁਚੀ ਹੈ। ਠੀਕ ਹੈ, ਲੋਕਾਂ ਦੇ ਹਿੱਤ ਕੀ ਨੇ, ਇਹਨਾਂ ਨੂੰ ਮੁੱਖ ਰੱਖ ਕੇ ਜੋ ਹੈ ਸਾਰੀਆਂ ਨੀਤੀਆਂ ਦਾ ਫੈਸਲਾ ਕੀਤਾ ਜਾਂਦਾ ਹੈ। ਇਸ ਲਈ ਇਹ ਚੋਣਾਂ ਅਤੇ ਲੋਕਮਤ, ਲੋਕਾਂ ਦੀ ਇੱਛਾ ਲੋਕਤੰਤਰ ਦੀਆਂ ਮਹੱਤਵਪੂਰਨ ਸੰਸਥਾਵਾਂ ਹਨ। ਇਸ ਲਈ ਹੀ ਚੋਣਾਂ ਅਤੇ ਲੋਕਮਤ ਲੋਕਤੰਤਰ ਦੀਆਂ ਮਹੱਤਵਪੂਰਨ ਸੰਸਥਾਵਾਂ ਨੇ। ਲੋਕਤੰਤਰ ਦੀਆਂ ਸੰਸਥਾਵਾਂ ਕਿਸ ਨੂੰ ਮੰਨਿਆ ਗਿਆ? ਚੋਣਾਂ ਅਤੇ ਲੋਕਮਤ ਨੂੰ, ਕਿਉਂਕਿ ਲੋਕਮਤ ਹੋਏਗਾ ਤਾਂ ਹੀ ਲੋਕਤੰਤਰ ਕਾਇਮ ਰਹਿ ਸਕਦਾ, ਨਹੀਂ ਤਾਂ ਤਾਨਾਸ਼ਾਹੀ ਦਾ ਮਾਹੌਲ ਹੋਏਗਾ। ਲੋਕਾਂ ਦੀ ਰਾਏ ਜ਼ਰੂਰੀ ਹੈ, ਲੋਕਾਂ ਦੀ ਇੱਛਾ ਹੋਣੀ ਜ਼ਰੂਰੀ ਹੈ, ਤਾਂ ਹੀ ਲੋਕਤੰਤਰ ਹੈ। ਲੋਕਤੰਤਰੀ ਦੇਸ਼ ਵਿੱਚ ਲੋਕ ਚੋਣਾਂ ਰਾਹੀਂ ਆਪਣੇ ਪ੍ਰਤੀਨਿਧੀ ਚੁਣ ਕੇ ਸਰਕਾਰ ਬਣਾਉਂਦੇ ਹਨ।
ਲੋਕਤੰਤਰੀ ਦੇਸ਼ ਵਿੱਚ ਸਰਕਾਰ ਕੌਣ ਬਣਾਉਂਦੇ ਨੇ? ਲੋਕ ਬਣਾਉਂਦੇ ਨੇ, ਚੋਣਾਂ ਦੇ ਰਾਹੀਂ ਆਪਣੇ ਪ੍ਰਤੀਨਿਧੀ ਚੁਣ ਕੇ, ਅਤੇ ਇਸ 'ਤੇ ਕੰਟਰੋਲ ਕਰਦੇ ਨੇ। ਅਤੇ ਜੋ ਸਰਕਾਰ ਹੈ ਉਸ ਦੇ ਉੱਤੇ ਲੋਕ ਹੀ ਕੰਟਰੋਲ ਕਰਦੇ ਨੇ। ਕੰਮ ਠੀਕ ਨਾ ਕਰਨ ਦੀ ਹਾਲਤ ਵਿੱਚ ਅਜਿਹੀ ਸਰਕਾਰ ਨੂੰ ਅਗਲੀਆਂ ਚੋਣਾਂ ਵਿੱਚ ਬਦਲੀ ਜਾ ਸਕਦੀ ਹੈ। ਜਿਵੇਂ ਹੁਣ ਆਪਣੇ ਇਲੈਕਸ਼ਨ ਹੋਣ ਵਾਲੇ ਆ ਪੰਜਾਬ ਦੇ ਵਿੱਚ, ਤਾਂ ਆਪਾਂ ਜੋ ਪਿਛਲੀ ਸਰਕਾਰ ਹੈ ਜੇ ਉਸਨੇ ਭਰਤੀਆਂ ਜੇ ਢੰਗ ਨਾਲ ਨਹੀਂ ਕਰਵਾਈਆਂ, ਤਾਂ ਆਪਾਂ ਅਗਲੀ ਉਹ ਭਰਤੀਆਂ ਅੱਗੇ ਦੀ ਸਰਕਾਰ ਸਹੀ ਢੰਗ ਨਾਲ ਕਰਾਵੇ, ਇਸ ਲਈ ਆਪਾਂ ਉਸ ਸਰਕਾਰ ਨੂੰ ਬਦਲ ਸਕਦੇ ਹਾਂ। ਠੀਕ ਹੈ। ਜੇਕਰ ਸਰਕਾਰ ਕਹਿਣ ਦਾ ਮਤਲਬ ਹੈ ਕਿ ਜੋ ਪਹਿਲਾਂ ਸਰਕਾਰ ਆਪਾਂ 5 ਸਾਲਾਂ ਲਈ ਚੁਣ ਲਈ ਹੈ, ਉਹ ਜੇ ਸਹੀ ਢੰਗ ਨਾਲ ਕੋਈ ਵੀ ਕੰਮ ਨਹੀਂ ਕਰਦੀ, ਤਾਂ ਆਪਾਂ 5 ਸਾਲ ਬਾਅਦ ਜਦੋਂ ਇਲੈਕਸ਼ਨ ਦੁਬਾਰਾ ਹੁੰਦੇ ਆ, ਉਦੋਂ ਆਪਾਂ ਸਰਕਾਰ ਬਦਲ ਕੇ ਆਪਾਂ ਇਸ ਕੰਡੀਸ਼ਨ ਨੂੰ ਠੀਕ ਕਰ ਸਕਦੇ ਹਾਂ। ਸੋਚ ਸਮਝ ਕੇ ਵੋਟ ਦੇਣਾ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਲੋਕਤੰਤਰੀ ਸਰਕਾਰ ਵਾਲੇ ਦੇਸ਼ ਵਿੱਚ ਦੇਸ਼ ਦੇ ਮੁਖੀ 2 ਤਰ੍ਹਾਂ ਦੇ ਹੁੰਦੇ ਹਨ। ਲੋਕਤੰਤਰੀ ਸਰਕਾਰ ਵਾਲੇ ਦੇਸ਼ ਵਿੱਚ ਜੋ ਦੇਸ਼ ਦੇ ਮੁਖੀ ਨੇ ਉਹ 2 ਤਰ੍ਹਾਂ ਦੇ ਹੁੰਦੇ ਹਨ। ਇੱਕ ਨਾਮ ਮਾਤਰ ਦਾ ਮੁਖੀ ਹੁੰਦਾ, ਦੂਜਾ ਅਸਲੀ ਮੁਖੀ ਹੁੰਦਾ ਹੈ। ਭਾਵ ਨਾਮ ਮਾਤਰ ਦਾ ਮੁਖੀ ਕੌਣ ਹੋ ਜਾਏਗਾ? ਆਪਣਾ ਰਾਸ਼ਟਰਪਤੀ ਹੋ ਜਾਏਗਾ। ਅਸਲੀ ਮੁਖੀ ਕੌਣ ਹੋ ਜਾਏਗਾ? ਇਹ ਆਪਣਾ ਪ੍ਰਧਾਨ ਮੰਤਰੀ ਹੋ ਜਾਏਗਾ। ਭਾਵ ਰਾਸ਼ਟਰਪਤੀ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਖੁਦ ਨਹੀਂ ਕਰਦਾ, ਬਲਕਿ ਪ੍ਰਧਾਨ ਮੰਤਰੀ ਤੋਂ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਕਰਾਉਂਦਾ ਹੈ। ਇਸ ਨਾਲ ਜੋ ਸ਼ਾਸਨ ਕਰਨ ਦੀ ਸ਼ਕਤੀ ਹੈ ਇੱਕ ਹੱਥ ਵਿੱਚ ਕੇਂਦਰਿਤ ਨਹੀਂ ਰਹਿੰਦੀ, ਬਲਕਿ ਸ਼ਕਤੀ ਦਾ ਵਿਕੇਂਦਰੀਕਰਨ ਹੁੰਦਾ ਅਤੇ ਲੋਕਤੰਤਰ ਕਾਇਮ ਰਹਿੰਦਾ। ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾਮ ਮਾਤਰ ਦਾ ਮੁਖੀ ਰਾਸ਼ਟਰਪਤੀ ਹੈ, ਅਤੇ ਰਾਜ ਸਰਕਾਰਾਂ ਵਿੱਚ ਨਾਮ ਮਾਤਰ ਦਾ ਜੋ ਮੁਖੀ ਹੈ ਉਹ ਰਾਜਪਾਲ ਹੁੰਦਾ। ਜਦੋਂ ਕਿ ਕੇਂਦਰੀ ਅਤੇ ਰਾਜ ਸਰਕਾਰ ਦੇ ਅਸਲੀ ਮੁਖੀ ਕ੍ਰਮਵਾਰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੇ। ਕੇਂਦਰੀ ਸਰਕਾਰ ਦਾ ਅਸਲੀ ਕਾਰਜ ਸਾਧਕ ਮੁਖੀ ਕੌਣ ਹੋਊਗਾ? ਉਹ ਪ੍ਰਧਾਨ ਮੰਤਰੀ ਹੋਏਗਾ, ਜੋ ਰਾਸ਼ਟਰਪਤੀਆਂ ਦੀ ਸ਼ਕਤੀ ਦਾ ਪ੍ਰਯੋਗ ਕਰਦਾ। ਅਤੇ ਰਾਜ ਦੇ ਵਿੱਚ ਕੌਣ ਹੋਏਗਾ? ਉਹ ਮੁੱਖ ਮੰਤਰੀ ਹੋਏਗਾ, ਜੋ ਰਾਜਪਾਲ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰਦਾ ਹੈ ਰਾਜ ਸਰਕਾਰ ਦੇ ਵਿੱਚ। ਕੁਝ ਲੋਕਤੰਤਰੀ ਰਾਜਾਂ ਦੇ ਮੁਖੀ ਲੋਕਾਂ ਦੁਆਰਾ ਚੁਣੇ ਜਾਂਦੇ ਹਨ, ਚੁਣੇ ਨਹੀਂ ਜਾਂਦੇ। ਕੁਝ ਲੋਕਤੰਤਰੀ ਰਾਜਾਂ ਦੇ ਮੁਖੀ ਜੋ ਹੈ ਲੋਕਾਂ ਦੁਆਰਾ ਨਹੀਂ ਚੁਣੇ ਜਾਂਦੇ। ਉਹਨਾਂ ਦਾ ਅਹੁਦਾ ਜੱਦੀ ਹੁੰਦਾ ਭਾਵ ਪਰਿਵਾਰਿਕ ਪੀੜ੍ਹੀਆਂ ਦੇ ਦੌਰਾਨ ਪੀੜ੍ਹੀ ਦਰ ਪੀੜ੍ਹੀ ਉਹ ਗੱਦੀ 'ਤੇ ਬੈਠਦੇ ਜਾਂਦੇ ਹੈ। ਵੰਸ਼ਾਨੁਗਤ ਸ਼ਾਸਨ ਚੱਲਦਾ ਰਹਿੰਦਾ। ਜਿਵੇਂ ਇੰਗਲੈਂਡ ਦਾ ਜੇਕਰ ਆਪਾਂ ਗੱਲ ਕਰੀਏ ਤਾਂ ਉੱਥੇ ਰਾਜਾ ਅਤੇ ਰਾਣੀ ਇਹੀ ਹੁੰਦੇ ਨੇ, ਅਤੇ ਪੀੜ੍ਹੀ ਦਰ ਪੀੜ੍ਹੀ ਜੋ ਹੈ ਸ਼ਾਸਨ ਉੱਥੇ ਚੱਲਦਾ ਰਹਿੰਦਾ। ਅਜਿਹੇ ਦੇਸ਼ਾਂ ਦਾ ਮੁਖੀ ਰਾਜਾ ਜਾਂ ਰਾਣੀ ਹੁੰਦੇ ਹਨ, ਜਿਵੇਂ ਕਿ ਇੰਗਲੈਂਡ ਵਿੱਚ ਹੈ। ਅਜਿਹੇ ਲੋਕਤੰਤਰੀ ਦੇਸ਼ ਨੂੰ ਰਾਜਤੰਤਰੀ ਲੋਕ ਰਾਜ ਕਿਹਾ ਜਾਂਦਾ ਹੈ। ਜੋ ਇੰਗਲੈਂਡ ਦੇ ਵਿੱਚ ਇਹ ਸ਼ਾਸਨ ਚੱਲ ਰਿਹਾ ਹੈ, ਇਸ ਨੂੰ ਆਪਾਂ ਰਾਜਤੰਤਰੀ ਲੋਕ ਰਾਜ ਕਹਿ ਸਕਦੇ ਹਾਂ। ਇਹ ਵੀ ਇੱਕ ਲੋਕਤੰਤਰ ਦਾ ਹਿੱਸਾ ਹੈ। ਇੱਥੇ ਲੋਕਾਂ ਦੀ ਰਾਏ ਦਾ ਸਨਮਾਨ ਕੀਤਾ ਜਾਂਦਾ, ਪਰ ਜੋ ਰਾਜ ਦਾ ਮੁਖੀ ਹੈ ਉਹ ਪੀੜ੍ਹੀ ਦਰ ਪੀੜ੍ਹੀ ਹੀ ਚੁਣਿਆ ਜਾਂਦਾ ਹੈ। ਇਸ ਲਈ ਇਸ ਨੂੰ ਰਾਜਤੰਤਰੀ ਲੋਕ ਰਾਜ ਕਿਹਾ ਜਾਂਦਾ। ਲੋਕਤੰਤਰ ਦਾ ਅਰਥ, ਹੁਣ ਆਪਣਾ ਇਹ ਕੁਐਸਚਨ ਜੋ ਹੈ ਆਪਣਾ ਟੌਪਿਕ ਦਿੱਤਾ ਹੋਇਆ ਲੋਕਤੰਤਰ ਦਾ ਅਰਥ ਅਤੇ ਮਹੱਤਵ, ਇਹ ਸ਼ੁਰੂ ਹੋਣ ਜਾ ਰਿਹਾ। ਇਹ ਤਾਂ ਇੰਟਰੋਡਕਸ਼ਨ ਸੀਗੀ ਲੋਕਤੰਤਰ ਦੇ ਬਾਰੇ। ਹੁਣ ਆਪਣਾ ਲੋਕਤੰਤਰ ਦਾ ਅਰਥ ਕੀ ਹੈ? ਲੋਕਤੰਤਰ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ। ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ, ਭਾਵ ਉੱਥੇ ਦਾ ਸ਼ਾਸਨ ਲੋਕਾਂ ਦੀ ਮਰਜ਼ੀ ਅਨੁਸਾਰ ਚਲਾਇਆ ਜਾਂਦਾ। ਲੋਕਾਂ ਦੀ ਸਰਕਾਰ ਕਿਉਂ ਹੁੰਦੀ ਹੈ? ਕਿਉਂਕਿ ਉੱਥੋਂ ਦਾ ਜਿਸ ਕਿਸੇ ਵੀ ਦੇਸ਼ ਦੇ ਵਿੱਚ ਲੋਕਤੰਤਰ ਹੈ, ਉੱਥੋਂ ਦਾ ਸ਼ਾਸਨ ਲੋਕਾਂ ਦੀ ਮਰਜ਼ੀ ਅਨੁਸਾਰ ਚੱਲਦਾ। ਲੋਕਾਂ ਦੇ ਕੋਲ ਹੁੰਦੀ ਹੈ ਸ਼ਾਸਨ ਕਰਨ ਦੀ ਸ਼ਕਤੀ। ਕਾਨੂੰਨੀ ਤੌਰ 'ਤੇ ਵੀ ਸ਼ਾਸਨ ਚਲਾਉਣ ਦੀ ਸ਼ਕਤੀ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ। ਕਾਨੂੰਨੀ ਤੌਰ 'ਤੇ ਵੀ ਜੋ ਸ਼ਾਸਨ ਚਲਾਉਣ ਦੀ ਸ਼ਕਤੀ ਹੈ ਉਹ ਵੀ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ, ਕਿਉਂਕਿ ਇਹਦੇ ਲਈ ਆਪਣੇ ਕੋਲ ਸੁਪਰੀਮ ਕੋਰਟ, ਹਾਈ ਕੋਰਟ ਦੀ ਵਿਵਸਥਾ ਕੀਤੀ ਗਈ ਹੈ। ਜੇਕਰ ਕੋਈ ਕੰਮ ਆਪਣੇ ਖਿਲਾਫ ਹੁੰਦਾ, ਆਪਣੇ ਖਿਲਾਫ ਕੋਈ ਬਿੱਲ ਪੇਸ਼ ਕੀਤਾ ਜਾਂਦਾ ਸਰਕਾਰ ਵੱਲੋਂ, ਤਾਂ ਆਪਾਂ ਨਿਆਂ ਦੇ ਲਈ ਜਾ ਸਕਦੇ ਹਾਂ ਸੁਪਰੀਮ ਕੋਰਟ, ਹਾਈ ਕੋਰਟ ਦੇ ਵਿੱਚ। ਅਤੇ ਇਬਰਾਹਿਮ ਲਿੰਕਨ ਦੇ ਸ਼ਬਦਾਂ ਵਿੱਚ ਲੋਕਤੰਤਰੀ ਸਰਕਾਰ ਕਿਸ ਤਰ੍ਹਾਂ ਦੀ ਹੈ ਆਪਾਂ ਵੇਖ ਲੈਂਦੇ ਹਾਂ। ਇਬਰਾਹਿਮ ਲਿੰਕਨ ਨੇ ਲੋਕਤੰਤਰੀ ਸਰਕਾਰ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਦੇ, ਆਪਣੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ ਕਿ ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ ਹੁੰਦੀ ਹੈ। ਭਾਵ ਇਹ ਸਰਕਾਰ ਲੋਕਾਂ ਦੀ ਚੁਣੀ ਹੁੰਦੀ ਹੈ, ਲੋਕਾਂ ਲਈ ਚੁਣੀ ਜਾਂਦੀ ਹੈ ਅਤੇ ਲੋਕਾਂ ਦੁਆਰਾ ਹੀ ਚੁਣੀ ਜਾਂਦੀ ਹੈ। ਲੋਕਾਂ ਦੀ ਕਿਉਂ ਹੁੰਦੀ ਹੈ? ਕਿਉਂਕਿ ਇਹਦੇ ਵਿੱਚ ਲੋਕ ਹੀ ਹੁੰਦੇ ਆ ਭਾਗੀਦਾਰ, ਜੋ ਪ੍ਰਤੱਖ ਰੂਪ ਵਿੱਚ ਹਿੱਸਾ ਲੈਂਦੇ ਨੇ। ਲੋਕਾਂ ਲਈ ਹੁੰਦੀ ਹੈ, ਭਾਵ ਜੋ ਲੋਕ ਚੁਣਦੇ ਆ ਉਹ ਆਪਣੇ ਲਈ ਚੁਣਦੇ ਆ, ਤਾਂ ਕਿ ਉਹ ਚੁਣੇ ਹੋਏ ਲੋਕ ਉਹਨਾਂ ਦੀ ਭਲਾਈ ਦੇ ਲਈ, ਉਹਨਾਂ ਦੇ ਹਿੱਤਾਂ ਲਈ ਕੁਝ ਕੰਮ ਕਰਨ, ਉਹਨਾਂ ਦੇ ਭਲਾਈ ਦੇ ਕੰਮ ਕਰਨ। ਅਤੇ ਲੋਕਾਂ ਦੁਆਰਾ ਚੁਣੀ ਜਾਂਦੀ ਹੈ। ਆਪਣੇ ਪ੍ਰਤੀਨਿਧੀ ਲੋਕ ਚੁਣਦੇ ਨੇ ਬਾਲਗ ਮਤ ਅਧਿਕਾਰ ਦੇ ਰਾਹੀਂ। ਅਤੇ ਆਧੁਨਿਕ ਸਮੇਂ ਵਿੱਚ ਜਨਸੰਖਿਆ ਦੇ ਵਧਣ ਦੇ ਕਾਰਨ ਸਾਰੇ ਲੋਕ ਸਿੱਧੇ ਤੌਰ 'ਤੇ ਸਰਕਾਰ ਦੇ ਕੰਮਾਂ ਵਿੱਚ, ਭਾਵ
ਕਾਨੂੰਨ ਬਣਾਉਣ ਵਿੱਚ ਹਿੱਸਾ ਨਹੀਂ ਲੈ ਸਕਦੇ। ਹੁਣ ਆਧੁਨਿਕ ਸਮੇਂ ਵਿੱਚ ਜਿਵੇਂ ਵੇਖਿਆ ਜਾ ਰਿਹਾ ਕਿ ਜਨਸੰਖਿਆ ਜੋ ਹੈ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਤਾਂ ਅਜਿਹੀ ਸਿਚੁਏਸ਼ਨ ਵਿੱਚ ਜੋ ਸਾਰੇ ਲੋਕ ਹੈ ਸਰਕਾਰ ਦੇ ਕੰਮਾਂ ਵਿੱਚ ਸਿੱਧੇ ਕਾਨੂੰਨ ਬਣਾਉਣ ਦੇ ਵਿੱਚ ਡਾਇਰੈਕਟ ਹਿੱਸਾ ਨਹੀਂ ਲੈ ਸਕਦੇ। ਇਸ ਲਈ ਦੇਸ਼ ਦੇ ਸਾਰੇ ਬਾਲਗ ਵੋਟਾਂ ਪਾ ਕੇ, ਜੋ ਬਾਲਗ ਵੋਟਰ ਨੇ ਉਹ ਵੋਟਾਂ ਪਾ ਕੇ ਆਪਣੇ ਪ੍ਰਤੀਨਿਧੀ ਚੁਣਦੇ ਨੇ। ਉਹੀ ਪ੍ਰਤੀਨਿਧੀ ਕੇਂਦਰੀ ਅਤੇ ਰਾਜ ਪੱਧਰ 'ਤੇ ਕਾਨੂੰਨ ਬਣਾਉਂਦੇ ਨੇ। ਕੇਂਦਰ ਦੀ ਸਰਕਾਰ ਬਣਾਈ ਜਾਂਦੀ ਹੈ ਤਾਂ ਉੱਥੇ ਕੇਂਦਰੀ ਮੰਤਰੀ ਹੋ ਜਾਂਦੇ ਨੇ, ਅਤੇ ਰਾਜ ਪੱਧਰ 'ਤੇ ਰਾਜ ਦੇ ਜੋ ਮੰਤਰੀ ਨੇ ਉਹ ਕਾਨੂੰਨ ਬਣਾਉਂਦੇ ਨੇ ਅਤੇ ਕਾਨੂੰਨ ਨੂੰ ਲਾਗੂ ਕਰਨ ਦਾ ਕੰਮ ਕਰਦੇ ਨੇ, ਅਤੇ ਕਾਨੂੰਨ ਜੋ ਬਣਾਉਂਦੇ ਆ ਉਹਨੂੰ ਲਾਗੂ ਕਰਨ ਦਾ ਕੰਮ ਕਰਦੇ ਨੇ। ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ। ਕਾਨੂੰਨ ਦਾ ਰਾਜ ਹੁੰਦਾ ਭਾਵ ਰੂਲ ਆਫ ਲਾਅ ਹੁੰਦਾ। ਲੋਕਤੰਤਰੀ ਦੇਸ਼ਾਂ ਦੇ ਵਿੱਚ ਕਾਨੂੰਨ ਦਾ ਰਾਜ ਹੁੰਦਾ। ਕਾਨੂੰਨ ਦੀ ਪਾਲਣਾ ਜੋ ਹੈ ਸਭ ਨੂੰ ਕਰਨੀ ਪੈਂਦੀ ਹੈ। ਜੇਕਰ ਕੋਈ ਕਾਨੂੰਨ ਤੋੜਦਾ ਤਾਂ ਉਸ ਦੇ ਲਈ ਸਜ਼ਾ ਦਾ ਪ੍ਰਾਵਧਾਨ ਵੀ ਹੁੰਦਾ। ਕਾਨੂੰਨ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਬਣਾਏ ਜਾਂਦੇ ਨੇ। ਕਾਨੂੰਨ ਕਿਹਦੇ ਦੁਆਰਾ ਬਣਾਏ ਜਾਂਦੇ ਨੇ? ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ, ਜੋ ਸੰਸਦ ਦੇ ਵਿੱਚ ਬੈਠੇ ਨੇ ਜਾਂ ਰਾਜ ਵਿਧਾਨ ਸਭਾਵਾਂ ਦੇ ਵਿੱਚ ਬੈਠੇ ਨੇ। MLA ਜਾਂ MP ਜੋ ਮੈਂਬਰ ਆਫ ਪਾਰਲੀਮੈਂਟ ਨੇ, ਉਹ ਬਿੱਲ ਪਾਸ ਕਰਕੇ ਸਮੇਂ ਸਮੇਂ 'ਤੇ ਆਪਣੇ ਜੋ ਹੈ ਕਾਨੂੰਨ ਪਾਸ ਕਰਦੇ ਰਹਿੰਦੇ ਨੇ ਲੋਕਾਂ ਦੇ ਹਿੱਤਾਂ ਦੇ ਲਈ, ਜੋ ਕਈ ਵਾਰੀ ਠੀਕ ਵੀ ਹੁੰਦੇ ਨੇ, ਕਈ ਵਾਰ ਠੀਕ ਨਹੀਂ ਹੁੰਦੇ। ਜੇਕਰ ਠੀਕ ਨਹੀਂ ਹੁੰਦੇ ਤਾਂ ਧਰਨੇ ਪ੍ਰਦਰਸ਼ਨ ਹੁੰਦੇ ਨੇ, ਕੋਰਟ ਦੇ ਵਿੱਚ ਕੇਸ ਚੱਲਦੇ ਨੇ। ਜੇਕਰ ਸੁਪਰੀਮ ਕੋਰਟ ਨੂੰ ਠੀਕ ਲੱਗਦਾ ਹੈ ਕਿ ਕਾਨੂੰਨ ਸਹੀ ਹੈ ਤਾਂ ਉਹ ਪਾਸ ਕਰਨ ਦੇ ਲਈ ਅੱਗੇ ਭੇਜ ਦਿੱਤਾ ਜਾਂਦਾ ਹੈ, ਅਤੇ ਜੇਕਰ ਠੀਕ ਨਹੀਂ ਲੱਗਦਾ ਸੁਪਰੀਮ ਕੋਰਟ ਸੰਵਿਧਾਨ ਦੇ ਅਕੋਰਡਿੰਗ ਵੇਖਦੀ ਹੈ। ਜੇਕਰ ਸਹੀ ਨਹੀਂ ਲੱਗਦਾ ਤਾਂ ਉਹ ਰੱਦ ਕਰਨ ਦਾ ਡਿਸੀਜ਼ਨ ਵੀ ਦੇ ਸਕਦੇ ਹੈ। ਇਸ ਤਰੀਕੇ ਨਾਲ ਜੋ ਹੈ ਕਾਨੂੰਨ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਬਣਾਏ ਜਾਂਦੇ ਨੇ ਸੰਸਦ ਦੇ ਵਿੱਚ ਜਾਂ ਰਾਜ ਵਿਧਾਨ ਸਭਾਵਾਂ ਦੇ ਵਿੱਚ। ਲੋਕਤੰਤਰੀ ਸਰਕਾਰ ਲੋਕਾਂ ਦੁਆਰਾ ਬਣਾਈ ਜਾਂਦੀ ਹੈ ਅਤੇ ਲੋਕਾਂ ਦੀ ਭਲਾਈ ਲਈ ਹੀ ਕੰਮ ਕਰਦੀ ਹੈ। ਲੋਕਤੰਤਰੀ ਸਰਕਾਰ ਕਿਹਨਾਂ ਦੁਆਰਾ ਬਣਾਈ ਜਾਂਦੀ ਹੈ? ਲੋਕਾਂ ਦੁਆਰਾ ਹੀ ਬਣਾਈ ਜਾਂਦੀ ਹੈ ਅਤੇ ਲੋਕਾਂ ਦੀ ਭਲਾਈ ਲਈ ਹੀ ਕੰਮ ਕਰਦੀ ਹੈ। ਅੱਗੇ ਆਪਾਂ ਵੇਖ ਲੈਂਦੇ ਹਾਂ ਇਹਦਾ ਲੋਕਤੰਤਰ ਦਾ ਆਰੰਭ ਕਿੱਥੋਂ ਹੋਇਆ ਸੀਗਾ। ਇਹ ਆਪਣੇ ਇਬਰਾਹਿਮ ਲਿੰਕਨ ਜੀ ਦੀ ਫੋਟੋ ਦਿੱਤੀ ਹੋਈ ਹੈ ਬੁੱਕ ਦੇ ਵਿੱਚ, 8.1 ਨੰਬਰ ਚਿੱਤਰ ਦਿੱਤਾ ਹੋਇਆ। ਵੇਖ ਲਓ, ਇੱਦਾਂ ਦੇ ਸੀਗੇ ਆਪਣੇ ਇਬਰਾਹਿਮ ਲਿੰਕਨ, ਜਿਨ੍ਹਾਂ ਨੇ ਇਹ ਪਰਿਭਾਸ਼ਾ ਦਿੱਤੀ ਕੀ ਸੀਗੀ ਕਿ ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ ਚੁਣੀ ਗਈ ਸਰਕਾਰ ਨੂੰ ਲੋਕਤੰਤਰੀ ਸਰਕਾਰ ਕਿਹਾ ਜਾਂਦਾ ਹੈ। ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਐਥਨਜ਼ ਵਿੱਚ ਹੋਇਆ ਹੈ। ਐਥਨਜ਼ ਜੋ ਯੂਨਾਨ ਦਾ ਸ਼ਹਿਰ ਹੈ, ਇੱਥੇ ਲੋਕਤੰਤਰ ਦਾ ਆਰੰਭ ਹੋਇਆ ਮੰਨਿਆ ਜਾਂਦਾ ਹੈ। ਉੱਥੇ ਲੋਕਤੰਤਰ ਲਗਭਗ 2500 ਸਾਲ ਪੁਰਾਣਾ ਹੈ। ਲਗਭਗ ਕਿੰਨਾ ਪੁਰਾਣਾ ਹੈ ਲੋਕਤੰਤਰ? 2500 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਐਥਨਜ਼ ਸ਼ਹਿਰ ਦੇ ਲੋਕ ਸਾਲ ਵਿੱਚ ਕਈ ਵਾਰੀ ਇਕੱਠੇ ਹੋ ਕੇ ਸਭਾ ਕਰਦੇ ਸਨ। ਲੋਕ ਜੋ ਹੈ ਐਥਨਜ਼ ਸ਼ਹਿਰ ਦੇ ਵਿੱਚ ਸਾਲ ਵਿੱਚ ਕਈ ਵਾਰੀ ਇਕੱਠੇ ਹੋ ਕੇ ਸਭਾ ਕਰਦੇ ਸਨ, ਜਿੱਥੇ ਸਿੱਧੇ ਲੋਕਾਂ ਦੁਆਰਾ ਹੀ ਰਾਜ ਪ੍ਰਬੰਧ ਚਲਾਉਣ ਦੇ ਫੈਸਲੇ ਲਏ ਜਾਂਦੇ ਸੀ। ਇਸ ਸਭਾ ਦੇ ਵਿੱਚ ਕੀ ਕੀਤਾ ਜਾਂਦਾ ਸੀਗਾ ਕਿ ਜੋ ਰਾਜ ਪ੍ਰਬੰਧ ਸੀਗਾ, ਜੇ ਆਪਣੇ ਸ਼ਹਿਰ ਦਾ ਜੋ ਪ੍ਰਬੰਧ ਸੀਗਾ ਉਸ ਨੂੰ ਚਲਾਉਣ ਦੇ ਲਈ, ਉਸ ਦੇ ਸ਼ਾਸਨ ਨੂੰ ਚਲਾਉਣ ਦੇ ਲਈ ਫੈਸਲੇ ਲਏ ਜਾਂਦੇ ਸੀਗੇ। ਅਜਿਹੀ ਲੋਕਤੰਤਰੀ ਸਰਕਾਰ ਨੂੰ ਸਿੱਧਾ ਲੋਕਤੰਤਰ ਕਿਹਾ ਜਾਂਦਾ ਹੈ, ਭਾਵ ਲੋਕਾਂ ਦੁਆਰਾ ਹੀ ਫੈਸਲੇ ਲਏ ਜਾਂਦੇ ਸੀ ਆਪਣੀਆਂ ਸਭਾਵਾਂ ਬੁਲਾ ਕੇ। ਉਸ ਸਮੇਂ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ, ਇਸ ਲਈ ਛੋਟੀਆਂ ਸਭਾਵਾਂ ਦੇ ਵਿੱਚ ਹੀ ਇਹ ਫੈਸਲੇ ਲੈ ਲਏ ਜਾਂਦੇ ਸੀਗੇ। ਪਰ ਅੱਜ ਆਧੁਨਿਕ ਤੌਰ 'ਤੇ ਵੇਖੀਏ ਤਾਂ ਜਨਸੰਖਿਆ ਬਹੁਤ ਜ਼ਿਆਦਾ ਵੱਧ ਰਹੀ ਹੈ, ਇਸ ਲਈ ਲੋਕ ਸਿੱਧੇ ਤੌਰ 'ਤੇ ਹਿੱਸਾ ਨਾ ਲੈ ਕੇ ਆਪਣੇ ਪ੍ਰਤੀਨਿਧਾਂ ਦੁਆਰਾ ਭਾਗ ਲੈਂਦੇ ਨੇ ਲੋਕਤੰਤਰ ਦੇ ਵਿੱਚ ਅਤੇ ਆਪਣੀ ਸਰਕਾਰ ਚੁਣਦੇ ਨੇ। ਉਸ ਸਮੇਂ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ ਅਤੇ ਸਾਰੇ ਇੱਕ ਥਾਂ 'ਤੇ ਇਕੱਠੇ ਹੋ ਕੇ ਫੈਸਲੇ ਕਰ ਸਕਦੇ ਸਨ, ਜੋ ਕਿ ਹੁਣ ਸੰਭਵ ਨਹੀਂ ਹੈ। ਕਿਉਂਕਿ ਜਨਸੰਖਿਆ ਵੱਧਦੀ ਜਾ ਰਹੀ ਹੈ, ਜਿਹਦੇ ਕਰਕੇ ਆਪਾਂ ਆਪਣੇ ਪ੍ਰਤੀਨਿਧਾਂ ਦੁਆਰਾ ਸਰਕਾਰ ਚਲਾਉਂਦੇ ਹਾਂ, ਕਾਨੂੰਨ ਬਣਵਾਉਂਦੇ ਹਾਂ ਅਤੇ ਉਹਨਾਂ ਦੀ ਪਾਲਣਾ ਕਰਵਾਉਂਦੇ ਹਾਂ। ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਯੂਰਪ ਦੇ ਦੇਸ਼ਾਂ ਵਿੱਚ ਹੋਈ ਸੀ। ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਕਿੱਥੇ ਹੋਈ ਸੀਗੀ? ਯੂਰਪ ਦੇ ਦੇਸ਼ਾਂ ਦੇ ਵਿੱਚ ਹੋਈ ਸੀ। 17ਵੀਂ ਸਦੀ ਦੇ ਵਿੱਚ ਇੰਗਲੈਂਡ ਦੀ ਸ਼ਾਨਦਾਰ ਕ੍ਰਾਂਤੀ ਅਤੇ 18ਵੀਂ ਸਦੀ ਵਿੱਚ ਫਰਾਂਸ ਦੀ ਕ੍ਰਾਂਤੀ ਸਮੇਂ ਲੋਕਤੰਤਰ ਦੇ ਨਵੇਂ ਸਿਧਾਂਤ ਕਾਨੂੰਨ ਦਾ ਰਾਜ ਦਾ ਸਿਧਾਂਤ ਕਦੋਂ ਆਇਆ ਸੀਗਾ? ਇਹ 18ਵੀਂ ਸਦੀ ਅਤੇ 17ਵੀਂ ਸਦੀ ਦੇ ਕ੍ਰਾਂਤੀਆਂ ਹੋਈਆਂ ਸੀਗੀਆਂ। ਇੰਗਲੈਂਡ ਦੀ ਸ਼ਾਨਦਾਰ ਕ੍ਰਾਂਤੀ ਅਤੇ ਫਰਾਂਸ ਦੀ ਕ੍ਰਾਂਤੀ। ਇਹਨਾਂ ਕ੍ਰਾਂਤੀਆਂ ਦੇ ਦੌਰਾਨ ਹੀ ਲੋਕਤੰਤਰ ਦੇ ਨਵੇਂ ਸਿਧਾਂਤ ਦਾ ਜਨਮ ਹੋਇਆ ਸੀਗਾ। ਕਾਨੂੰਨ ਦੇ ਰਾਜ ਦਾ ਵਿਕਾਸ ਹੋਇਆ, ਜਿਸ ਅਨੁਸਾਰ ਸਰਕਾਰ ਲੋਕਾਂ ਦੁਆਰਾ ਬਣਾਏ ਗਏ ਕਾਨੂੰਨਾਂ ਰਾਹੀਂ ਚਲਾਈ ਜਾਣੀ ਸੀ। ਠੀਕ ਹੈ,
ਇਸ ਦੇ ਵਿੱਚ ਕਿਹਾ ਗਿਆ ਇਹ ਹੈ ਕਿ ਜੋ ਲੋਕਾਂ ਦੁਆਰਾ ਬਣਾਈ ਗਈ ਸਰਕਾਰ ਹੈ, ਉਸ ਸਰਕਾਰ ਦੇ ਬਣਾਏ ਹੋਏ ਜਿਹੜੇ ਕਾਨੂੰਨ ਨੇ ਉਹਨਾਂ ਰਾਹੀਂ ਹੀ ਦੇਸ਼ ਦਾ ਸ਼ਾਸਨ ਚਲਾਇਆ ਜਾਣਾ ਚਾਹੀਦਾ ਹੈ। ਹੌਲੀ ਹੌਲੀ ਜਦੋਂ ਇਹ ਮਹਿਸੂਸ ਕੀਤਾ ਗਿਆ ਕਿ ਲੋਕਾਂ ਦੁਆਰਾ ਚੁਣੇ ਗਏ ਪ੍ਰਤੀਨਿਧ ਆਪਣੇ ਕੰਮਾਂ ਲਈ ਲੋਕਾਂ ਪ੍ਰਤੀ ਜ਼ਿੰਮੇਦਾਰ ਹੋਣ, ਤਾਂ ਪ੍ਰਤੀਨਿਧੀਆਂ ਦੀ ਜ਼ਿੰਮੇਵਾਰੀ ਦੇ ਸਿਧਾਂਤ ਦਾ ਵਿਕਾਸ ਹੋਇਆ। ਭਾਵ ਕਿ ਹੌਲੀ ਹੌਲੀ ਜਦੋਂ ਇਹ ਮਹਿਸੂਸ ਕੀਤਾ ਗਿਆ ਲੋਕਾਂ ਵੱਲੋਂ ਕਿ ਲੋਕਾਂ ਦੁਆਰਾ ਜੋ ਚੁਣੇ ਗਏ ਪ੍ਰਤੀਨਿਧੀ ਹੈ ਇਹ ਆਪਣੀ ਮਨਮਰਜ਼ੀ ਨਾ ਕਰਨ, ਅਵੇਸਲੇ ਨਾ ਹੋ ਜਾਣ, ਲੋਕਾਂ ਦੇ ਹਿੱਤਾਂ ਦੇ ਪ੍ਰਤੀ, ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨ ਅਤੇ ਇਹਨਾਂ ਕੰਮਾਂ ਨੂੰ ਲੈ ਕੇ ਜ਼ਿੰਮੇਦਾਰ ਹੋਣ। ਇਸ ਲਈ ਕੀ ਕੀਤਾ ਗਿਆ ਕਿ ਇੱਕ ਸਿਧਾਂਤ ਹੋਰ ਪਾਸ ਕਰ ਦਿੱਤਾ ਗਿਆ, ਜਿਸ ਦੇ ਵਿੱਚ ਪ੍ਰਤੀਨਿਧਾਂ ਦੀ ਜ਼ਿੰਮੇਵਾਰੀ ਦਾ ਸਿਧਾਂਤ ਇਸ ਨੂੰ ਕਿਹਾ ਗਿਆ ਸੀਗਾ। ਇਸ ਦਾ ਵਿਕਾਸ ਹੋਇਆ, ਪਰੰਤੂ ਉਦੋਂ ਤੱਕ ਪ੍ਰਤੀਨਿਧੀਆਂ ਦੀ ਚੋਣ ਵੀ ਉਦੋਂ ਤੱਕ
ਜੇਕਰ ਆਰਥਿਕ ਅਤੇ ਰਾਜਨੀਤਿਕ ਪੱਖੋਂ, ਆਰਥਿਕ ਅਤੇ ਸਮਾਜਿਕ ਪੱਖੋਂ ਲੋਕ ਜੋ ਹੈ ਬਰਾਬਰ ਹੋਣਗੇ, ਤਦ ਹੀ ਉਹ ਸਾਰੇ ਰਾਜਨੀਤਿਕ ਪੱਖੋਂ ਸਮਾਨ ਹੋ ਸਕਣਗੇ। ਠੀਕ ਹੈ, ਜੇਕਰ ਉਹਨਾਂ ਨੂੰ ਆਰਥਿਕ ਅਤੇ ਸਮਾਜਿਕ ਸਮਾਨਤਾ ਮਿਲੀ ਹੋਏਗੀ ਤਾਂ ਹੀ ਉਹ ਰਾਜਨੀਤਿਕ ਤੌਰ 'ਤੇ ਸਾਰੇ ਸਮਾਨ ਹੋਣਗੇ, ਤਾਂ ਹੀ ਉਹ ਰਾਜਨੀਤੀ ਦੇ ਵਿੱਚ ਵੀ ਆਪਣੇ ਅਧਿਕਾਰਾਂ ਨੂੰ ਲੈ ਸਕਣਗੇ। ਇਸ ਲਈ ਲੋਕਤੰਤਰ ਸਰਕਾਰ ਇੱਕ ਕਿਸਮ ਨਹੀਂ ਸਗੋਂ ਇੱਕ ਜੀਵਨ ਜਾਂਚ ਹੈ। ਭਾਵ ਕਿ ਇਹ ਕੋਈ ਕਿਸਮ ਨਹੀਂ ਹੈ ਲੋਕਤੰਤਰ ਦੀ, ਬਲਕਿ ਸਗੋਂ ਇਹ ਇੱਕ ਜੀਵਨ ਦੀ ਜਾਂਚ ਹੈ। ਲੋਕ ਇਸ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਣਾ ਸਿੱਖਦੇ ਹੈ ਅਤੇ ਜ਼ਿੰਦਗੀ 'ਚ ਖੁੱਲ੍ਹ ਮਾਣਦੇ ਹੈ। ਲੋਕਤੰਤਰੀ ਸਰਕਾਰ ਦੇ ਵੱਖ-ਵੱਖ ਰੂਪ ਨੇ। ਪ੍ਰਤੀਨਿਧੀ ਲੋਕਤੰਤਰੀ ਸਰਕਾਰ ਨੂੰ ਅੱਗੇ ਦੋ ਮੁੱਖ ਕਿਸਮਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਜੋ ਪ੍ਰਤੀਨਿਧੀ ਲੋਕਤੰਤਰ ਸਰਕਾਰ ਹੈ, ਇਹਨੂੰ ਅੱਗੇ ਦੋ ਮੁੱਖ ਕਿਸਮਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਹੈ ਪ੍ਰਧਾਨਾਤਮਕ ਸਰਕਾਰ ਜਾਂ ਸੰਸਦਾਤਮਕ ਸਰਕਾਰ, ਇਸ ਨੂੰ ਕਿਹਾ ਜਾਂਦਾ ਹੈ। ਪ੍ਰਧਾਨ ਭਾਵ ਇਹਦੇ ਵਿੱਚ ਇੱਕ ਰਾਜ ਦਾ ਮੁਖੀ ਹੁੰਦਾ ਅਤੇ ਸੰਸਦਾਤਮਕ ਇਹਦੀ ਇੱਕ ਸੰਸਦ ਹੁੰਦੀ ਹੈ। ਦੂਜੀ ਕਿਸਮ ਹੈ ਇਸਦੀ ਇਕਾਤਮਕ ਸਰਕਾਰ ਅਤੇ ਸੰਘਾਤਮਕ ਸਰਕਾਰ, ਜੋ ਭਾਰਤ ਦੇ ਵਿੱਚ ਇਹ ਦੋਨੇ ਰੂਪ ਹੀ ਵੇਖਣ ਨੂੰ ਮਿਲਦੇ ਹੈ। ਲੋਕਤੰਤਰੀ ਸਰਕਾਰ ਦੀ ਪਹਿਲੀ ਵੰਡ, ਲੋਕਤੰਤਰੀ ਸਰਕਾਰ ਦੀ ਜੋ ਪਹਿਲੀ ਵੰਡ ਹੈ, ਉਹ ਪਹਿਲੇ ਨੰਬਰ 'ਤੇ ਆਪਾਂ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਆਪਸੀ ਸੰਬੰਧਾਂ 'ਤੇ ਨਿਰਭਰ ਕਰਦੀ ਹੈ। ਕਾਰਜਪਾਲਿਕਾ ਅਤੇ ਵਿਧਾਨਪਾਲਿਕਾ, ਕਾਰਜਪਾਲਿਕਾ ਜੋ ਹੁੰਦੀ ਹੈ ਜੋ ਕੰਮ ਕਰਵਾਉਂਦੀ ਹੈ, ਅਤੇ ਵਿਧਾਨਪਾਲਿਕਾ ਜੋ ਹੈ ਕਾਨੂੰਨ ਬਣਾ ਕੇ ਉਹਨਾਂ ਨੂੰ ਲਾਗੂ ਕਰਦੀ ਹੈ। ਇਹਨਾਂ ਦੇ ਵਿਚਕਾਰ ਆਪਸੀ ਸੰਬੰਧ 'ਤੇ ਨਿਰਭਰ ਹੁੰਦੀ ਹੈ। ਸੰਸਦਾਤਮਕ ਸਰਕਾਰ ਵਿੱਚ ਸੰਸਦ ਭਾਵ ਵਿਧਾਨਪਾਲਿਕਾ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ। ਇਹਦੇ ਵਿੱਚ ਕਾਨੂੰਨ ਬਣਾਉਣ ਦੀ ਸ਼ਕਤੀ ਜੋ ਹੈ ਸੰਸਦ ਦੇ ਕੋਲ ਹੁੰਦੀ ਹੈ। ਰਾਸ਼ਟਰਪਤੀ ਨਾਮ ਮਾਤਰ ਦਾ ਮੁਖੀ ਹੁੰਦਾ। ਰਾਸ਼ਟਰਪਤੀ ਹੈ ਜੋ ਆਪਣੀਆਂ ਸ਼ਕਤੀਆਂ ਦਾ ਖੁਦ ਪ੍ਰਯੋਗ ਨਹੀਂ ਕਰਦਾ, ਬਲਕਿ ਪ੍ਰਧਾਨ ਮੰਤਰੀ ਜਾਂ ਕੈਬਨਿਟ ਬਾਕੀ ਮੰਤਰੀ ਜੋ ਹੁੰਦੇ ਆ ਉਹਨਾਂ ਦੇ ਥਰੂ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਕਰਵਾਉਂਦਾ। ਜਦਕਿ ਸਰਕਾਰ ਦੀ ਅਸਲੀ ਸ਼ਕਤੀ ਜੋ ਹੈ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ। ਜੋ ਸਰਕਾਰ ਦੀ ਅਸਲੀ ਸ਼ਕਤੀ ਕਿਹਦੇ ਕੋਲ ਹੁੰਦੀ ਹੈ? ਪ੍ਰਧਾਨ ਮੰਤਰੀ ਕੋਲ ਹੁੰਦੀ ਹੈ। ਰਾਸ਼ਟਰਪਤੀ ਦੀਆਂ ਸਾਰੀਆਂ ਦੀਆਂ ਸ਼ਕਤੀਆਂ ਦਾ ਪ੍ਰਯੋਗ ਪ੍ਰਧਾਨ ਮੰਤਰੀ ਕਰਦਾ। ਮੰਤਰੀ ਪ੍ਰੀਸ਼ਦ ਦੇ ਸਾਰੇ ਮੈਂਬਰ ਭਾਵ ਸੰਸਦ, ਮੰਤਰੀ ਪ੍ਰੀਸ਼ਦ ਦੇ ਸਾਰੇ ਮੈਂਬਰ ਸੰਸਦ ਭਾਵ ਵਿਧਾਨਪਾਲਿਕਾ ਵਿੱਚੋਂ ਹੀ ਲਏ ਜਾਂਦੇ ਨੇ। ਜੋ ਮੰਤਰੀ ਪ੍ਰੀਸ਼ਦ ਹੁੰਦੀ ਹੈ ਪ੍ਰਧਾਨ ਮੰਤਰੀ ਦੇ ਹੇਠਾਂ, ਉਹਦੇ ਜੋ ਸਾਰੇ ਮੈਂਬਰ ਹੈ ਉਹ ਵਿਧਾਨਪਾਲਿਕਾ ਦੇ ਵਿੱਚੋਂ ਹੀ ਲਏ ਜਾਂਦੇ ਨੇ। ਇਸ ਲਈ ਸੰਸਦਾਤਮਕ ਸਰਕਾਰ ਵਿੱਚ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਵਿੱਚ ਆਪਸੀ ਤਾਲਮੇਲ ਹੁੰਦਾ ਹੈ। ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਵਿੱਚ ਆਪਸੀ ਤਾਲਮੇਲ ਹੁੰਦਾ ਹੈ। ਇਸ ਤਰ੍ਹਾਂ ਦੀ ਸਰਕਾਰ ਇੰਗਲੈਂਡ ਅਤੇ ਭਾਰਤ ਦੇ ਵਿੱਚ ਕਾਰਜਰਤ ਹੈ। ਇੰਗਲੈਂਡ ਅਤੇ ਭਾਰਤ ਦੇ ਵਿੱਚ ਹੈ ਇੱਦਾਂ ਦੀ ਸਰਕਾਰ, ਕਿਉਂਕਿ ਆਪਾਂ ਸੰਸਦੀ ਸ਼ਾਸਨ ਪ੍ਰਣਾਲੀ ਜੋ ਹੈ ਇੰਗਲੈਂਡ ਤੋਂ ਹੀ ਲਈ ਹੈ। ਆਪਣੀ ਸੰਵਿਧਾਨ ਦੇ ਵਿੱਚ ਜੋ ਸੰਸਦੀ ਸ਼ਾਸਨ ਪ੍ਰਣਾਲੀ ਸ਼ਾਮਿਲ ਕੀਤੀ ਹੈ ਉਹ ਆਪਾਂ ਇੰਗਲੈਂਡ ਦੇਸ਼ ਤੋਂ ਹੀ ਲਈ ਹੈ। ਪ੍ਰਧਾਨਾਤਮਕ ਸਰਕਾਰ ਵਿੱਚ ਦੇਸ਼ ਦੀ ਕਾਰਜਪਾਲਿਕਾ ਦਾ ਮੁਖੀ ਰਾਸ਼ਟਰਪਤੀ ਲੋਕਾਂ ਦੁਆਰਾ ਸਿੱਧਾ ਚੁਣਿਆ ਜਾਂਦਾ ਹੈ। ਪ੍ਰਧਾਨਾਤਮਕ ਸਰਕਾਰ ਜੋ ਹੁੰਦੀ ਹੈ ਉਹਦੇ ਵਿੱਚ ਦੇਸ਼ ਦੀ ਕਾਰਜਪਾਲਿਕਾ ਦਾ ਜੋ ਮੁਖੀ ਹੈ ਰਾਸ਼ਟਰਪਤੀ, ਉਹ ਲੋਕਾਂ ਦੁਆਰਾ ਸਿੱਧਾ ਚੁਣਿਆ ਜਾਂਦਾ ਹੈ। ਜਿਵੇਂ ਅਮਰੀਕਾ ਦੇਸ਼ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਲੋਕਾਂ ਦੇ ਦੁਆਰਾ ਸਿੱਧੀ। ਉਸ ਦੇਸ਼ ਦਾ ਅਸਲੀ ਸ਼ਾਸਕ ਹੁੰਦਾ, ਉਹੀ ਦੇਸ਼ ਦਾ ਅਸਲੀ ਸ਼ਾਸਕ ਹੁੰਦਾ। ਉਹਦੇ ਥੱਲੇ ਕੋਈ ਪ੍ਰਧਾਨ ਮੰਤਰੀ ਨਹੀਂ ਹੁੰਦਾ, ਬਲਕਿ ਰਾਸ਼ਟਰਪਤੀ ਹੀ ਆਪਣੀਆਂ ਸ਼ਕਤੀਆਂ ਦਾ ਸਾਰਾ ਪ੍ਰਯੋਗ ਕਰਦਾ ਹੈ। ਜਿਵੇਂ ਅਮਰੀਕਾ ਦਾ ਰਾਸ਼ਟਰਪਤੀ ਹੈ। ਰਾਸ਼ਟਰਪਤੀ ਅਤੇ ਮੰਤਰੀ ਮੰਡਲ ਦੇ ਮੰਤਰੀ ਇੱਕੋ ਰਾਜਨੀਤਿਕ ਪਾਰਟੀ ਦੇ ਨਹੀਂ ਹੁੰਦੇ, ਉਹ ਇੱਕੋ ਹੀ ਪਾਰਟੀ ਦੇ ਨਹੀਂ ਹੁੰਦੇ। ਜਿਵੇਂ ਪ੍ਰਧਾਨ ਮੰਤਰੀ ਅਤੇ ਬਾਕੀ ਕੈਬਨਿਟ ਮੰਤਰੀ ਹੁੰਦੇ ਜਿਹੜੇ, ਉਹ ਇੱਕੋ ਹੀ ਪਾਰਟੀ ਦੇ ਬਣ ਜਾਂਦੇ ਨੇ ਜਾਂ ਗੱਠਜੋੜ ਕਰਕੇ ਇੱਕੋ ਹੀ ਪਾਰਟੀ ਦੇ ਬਣ ਜਾਂਦੇ ਨੇ। ਉੱਦਾਂ ਨਹੀਂ ਹੁੰਦੇ, ਬਲਕਿ ਅਲੱਗ-ਅਲੱਗ ਪਾਰਟੀਆਂ ਦੇ ਕੈਬਨਿਟ ਮੰਤਰੀ ਹੁੰਦੇ ਨੇ ਅਤੇ ਰਾਸ਼ਟਰਪਤੀ ਅਲੱਗ ਪਾਰਟੀ ਦਾ ਹੋ ਸਕਦਾ ਹੈ। ਅਜਿਹੀ ਪ੍ਰਧਾਨਾਤਮਕ ਲੋਕਤੰਤਰੀ ਸਰਕਾਰ ਅਮਰੀਕਾ ਵਿੱਚ ਹੈ। ਅਮਰੀਕਾ ਦੇ ਵਿੱਚ ਇੱਦਾਂ ਦੀ ਹੀ ਲੋਕਤੰਤਰੀ ਸਰਕਾਰ ਹੈ, ਕਿਉਂਕਿ ਰਾਸ਼ਟਰਪਤੀ ਹੈ ਜੋ ਆਪਣੀਆਂ ਸ਼ਕਤੀਆਂ ਦਾ ਖੁਦ ਪ੍ਰਯੋਗ ਕਰਦਾ, ਉਹਦਾ ਕੋਈ ਪ੍ਰਧਾਨ ਮੰਤਰੀ ਨਹੀਂ ਹੈ। ਅਤੇ ਬਾਕੀ ਕੈਬਨਿਟ ਜੋ ਮੰਤਰੀ ਹੁੰਦਾ, ਮੰਤਰੀ ਮੰਡਲ ਜੋ ਹੁੰਦਾ, ਉਹ ਰਾਸ਼ਟਰਪਤੀ ਦੇ ਹੇਠਾਂ ਹੀ ਹੁੰਦਾ ਹੈ। ਉੱਥੇ ਦਾ ਰਾਸ਼ਟਰਪਤੀ ਭਾਰਤੀ ਰਾਸ਼ਟਰਪਤੀ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੁੰਦਾ ਹੈ। ਉੱਥੋਂ ਦਾ ਜੋ ਰਾਸ਼ਟਰਪਤੀ ਹੈ ਉਹ ਭਾਰਤੀ ਰਾਸ਼ਟਰਪਤੀ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੁੰਦਾ ਹੈ, ਕਿਉਂਕਿ ਅਮਰੀਕਾ ਦਾ ਜੋ ਰਾਸ਼ਟਰਪਤੀ ਹੈ ਆਪਣੀ ਸ਼ਕਤੀਆਂ ਦਾ ਖੁਦ ਪ੍ਰਯੋਗ ਕਰਦਾ ਹੈ। ਭਾਰਤੀ ਰਾਸ਼ਟਰਪਤੀ ਆਪਣੀ ਸ਼ਕਤੀਆਂ ਦਾ ਪ੍ਰਯੋਗ ਖੁਦ ਨਹੀਂ ਕਰਦਾ, ਬਲਕਿ ਉਹ ਨਾਮ ਮਾਤਰ ਦਾ ਕਾਰਜ ਸਾਧਕ ਹੁੰਦਾ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਹੀ ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰਦਾ ਹੈ ਭਾਰਤ ਦੇ ਵਿੱਚ। ਇਸ ਲਈ ਵਧੇਰੇ ਸ਼ਕਤੀਸ਼ਾਲੀ ਹੁੰਦਾ ਅਮਰੀਕਾ ਦਾ ਰਾਸ਼ਟਰਪਤੀ ਭਾਰਤ ਦੇ ਰਾਸ਼ਟਰਪਤੀ ਨਾਲੋਂ। ਲੋਕਤੰਤਰੀ ਸਰਕਾਰ ਦਾ ਦੂਜਾ ਰੂਪ ਕੇਂਦਰ ਅਤੇ ਰਾਜ ਸਰਕਾਰ ਵਿੱਚ ਸ਼ਕਤੀਆਂ ਦੀ ਵੰਡ ਦੇ ਆਧਾਰ 'ਤੇ ਹੁੰਦਾ ਹੈ। ਲੋਕਤੰਤਰੀ ਸਰਕਾਰ ਦਾ ਜੋ ਆਪਾਂ ਦੂਜਾ ਰੂਪ ਵੇਖਿਆ ਸੀਗਾ, ਕੇਂਦਰੀ ਅਤੇ ਰਾਜ ਸਰਕਾਰ ਵਿੱਚ ਸ਼ਕਤੀਆਂ ਦੀ ਵੰਡ ਦੇ ਆਧਾਰ 'ਤੇ ਹੁੰਦਾ ਹੈ।
ਇਸ ਆਧਾਰ 'ਤੇ ਲੋਕਤੰਤਰੀ ਸਰਕਾਰ ਦੋ ਤਰ੍ਹਾਂ ਦੇ ਸੰਘਾਤਮਕ ਅਤੇ ਇਕਾਤਮਕ ਹੁੰਦੀ ਹੈ। ਇਸ ਆਧਾਰ 'ਤੇ ਲੋਕਤੰਤਰੀ ਸਰਕਾਰ ਦੋ ਤਰ੍ਹਾਂ ਦੀ ਹੁੰਦੀ ਹੈ, ਸੰਘਾਤਮਕ ਅਤੇ ਇਕਾਤਮਕ। ਸੰਘਾਤਮਕ ਕਿਸਮ ਦੀ ਸਰਕਾਰ ਵਿੱਚ ਸੰਵਿਧਾਨ ਲਿਖਤੀ ਅਤੇ ਕਠੋਰ ਹੁੰਦਾ ਹੈ। ਸੰਘਾਤਮਕ ਕਿਸਮ ਦੀ ਸਰਕਾਰ ਦੇ ਵਿੱਚ ਸੰਵਿਧਾਨ ਜੋ ਹੈ ਕਿਸ ਤਰ੍ਹਾਂ ਦਾ ਹੁੰਦਾ ਹੈ, ਉਹ ਲਿਖਤੀ ਹੁੰਦਾ ਹੈ ਅਤੇ ਕਠੋਰ ਹੁੰਦਾ ਹੈ, ਕਿਉਂਕਿ ਉਸ ਦੇ ਵਿੱਚ ਕੋਈ ਵੀ ਸੰਸ਼ੋਧਨ ਕੀਤਾ ਜਾਂਦਾ ਹੈ ਤਾਂ ਇੱਕ ਕੜੀ ਪ੍ਰਕਿਰਿਆ ਲੱਗਦੀ ਹੈ ਉਹਦੇ 'ਚ ਸੰਸ਼ੋਧਨ ਕਰਨ ਦੇ ਲਈ, ਇਸ ਲਈ ਉਹ ਕਠੋਰ ਵੀ ਹੁੰਦਾ। ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ। ਕੇਂਦਰ ਨੂੰ ਕੀ ਕੰਮ ਕਰਨੇ ਚਾਹੀਦੇ ਹੈ ਜਾਂ ਰਾਜਾਂ ਨੂੰ ਕੀ ਕੰਮ ਦੇਣੇ ਹੈ, ਕੀ ਕਾਨੂੰਨ ਬਣਾਉਣਗੇ, ਕਿੰਨਾ ਵਿਸ਼ਿਆਂ ਦੇ ਉੱਤੇ ਕਾਨੂੰਨ ਬਣਾਉਣਗੇ, ਇਹ ਸਭ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ। ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ। ਹਰੇਕ ਰਾਜ ਦੀ ਜੋ ਹੈ ਆਪਣੀ ਸਰਕਾਰ ਹੁੰਦੀ ਹੈ। ਕੇਂਦਰ ਵਿੱਚ ਸ਼ਕਤੀਆਂ ਦੀ ਵੰਡ ਦੇ ਕਰਕੇ ਆਪਣੇ ਭਾਰਤ ਦੇ ਵਿੱਚ 3 ਸੂਚੀਆਂ ਜਾਰੀ ਕੀਤੀਆਂ ਗਈਆਂ ਨੇ, ਜਿਹਦੇ ਵਿੱਚ ਆਪਾਂ ਕੇਂਦਰ ਸੂਚੀ, ਰਾਜ ਸੂਚੀ ਅਤੇ ਸੰਵਰਤੀ ਸੂਚੀ ਹੈ। ਠੀਕ ਹੈ, ਰਾਜ ਸੂਚੀ ਦੇ ਵਿੱਚ ਜੋ ਵਿਸ਼ੇ ਦਿੱਤੇ ਗਏ ਨੇ ਉਹਦੇ ਉੱਤੇ ਰਾਜ ਜੋ ਹੈ, ਜਿਵੇਂ ਆਪਣੇ ਪੰਜਾਬ ਜੋ ਰਾਜ ਹੈ ਇਸ 'ਤੇ ਕਾਨੂੰਨ ਰਾਜ ਸੂਚੀ ਦੇ ਵਿਸ਼ਿਆਂ ਦੇ ਜੋ ਵੀ ਕਾਨੂੰਨ ਬਣਾਏਗਾ ਉਹ ਰਾਜ ਬਣਾਏਗਾ। ਕੇਂਦਰ ਸਰਕਾਰ ਦੀ ਕੇਂਦਰ ਸੂਚੀ ਜੋ ਹੈ ਉਹਦੇ ਉੱਤੇ ਕੇਂਦਰ ਕਾਨੂੰਨ ਬਣਾਏਗਾ, ਅਤੇ ਸੰਵਰਤੀ ਸੂਚੀ ਆ ਉਹਦੇ ਉੱਤੇ ਕੇਂਦਰ ਅਤੇ ਰਾਜ ਦੋਨਾਂ ਨੂੰ ਅਧਿਕਾਰ ਹੈ ਕਿ ਕਾਨੂੰਨ ਬਣਾ ਸਕਦੇ ਆ। ਅਤੇ ਕਈ ਕੰਡੀਸ਼ਨਾਂ ਦੇ ਵਿੱਚ ਇੱਦਾਂ ਆ ਜਾਂਦਾ ਹੈ ਕਿ ਰਾਜ ਸੂਚੀ ਦੇ ਉੱਤੇ ਵੀ ਕੇਂਦਰ ਕਾਨੂੰਨ ਬਣਾ ਸਕਦਾ ਹੈ, ਜੇਕਰ ਕੇਂਦਰ ਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ। ਫਿਰ ਅੱਗੇ ਆਪਣਾ ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ। ਭਾਰਤ ਵੀ ਇੱਕ ਸੰਘਾਤਮਕ ਲੋਕਤੰਤਰੀ ਦੇਸ਼ ਹੈ। ਭਾਰਤ ਜੋ ਹੈ ਇੱਕ ਸੰਘਾਤਮਕ ਲੋਕਤੰਤਰੀ ਦੇਸ਼ ਹੈ, ਕਿਉਂਕਿ ਭਾਰਤ ਨੂੰ ਆਪਾਂ ਪਹਿਲੇ ਅਨੁਛੇਦ ਦੇ ਵਿੱਚ ਵੇਖਿਆ ਕਿ ਭਾਰਤ ਰਾਜਾਂ ਦਾ ਸੰਘ ਹੈ, ਯੂਨੀਅਨ ਆਫ ਸਟੇਟ ਕਿਹਾ ਗਿਆ ਇਸ ਨੂੰ। ਭਾਰਤ ਨੂੰ ਪਹਿਲੀ ਆਪਣਾ ਜੋ ਅਨੁਛੇਦ ਦਿੱਤਾ ਹੋਇਆ ਸੰਵਿਧਾਨ ਦਾ ਉਹਦੇ ਵਿੱਚ ਕਿਹਾ ਗਿਆ ਹੈ ਭਾਰਤ ਭਾਵ ਇੰਡੀਆ ਜਾਂ ਇੰਡੀਆ ਭਾਵ ਭਾਰਤ ਰਾਜਾਂ ਦਾ ਸੰਘ ਹੋਵੇਗਾ। ਰਾਜਾਂ ਦਾ ਸੰਘ ਹੋਏਗਾ ਭਾਵ ਯੂਨੀਅਨ ਆਫ ਸਟੇਟ ਹੋਏਗਾ। ਇੱਕ ਉਸ ਅਨੁਛੇਦ ਦੇ ਵਿੱਚ ਯੂਨੀਅਨ ਵਰਡ ਯੂਜ਼ ਕੀਤਾ ਗਿਆ, ਕਿਤੇ ਵੀ ਫੈਡਰਲ ਯੂਜ਼ ਨਹੀਂ ਕੀਤਾ ਗਿਆ, ਫੈਡਰੇਸ਼ਨ ਸ਼ਬਦ ਯੂਜ਼ ਨਹੀਂ ਕੀਤਾ ਗਿਆ ਭਾਰਤ ਦੇ ਸੰਵਿਧਾਨ ਦੇ ਵਿੱਚ। ਯਾਦ ਰੱਖਣਾ, ਕੁਐਸਚਨ ਦੇ ਵਿੱਚ ਬਹੁਤ ਵਾਰ ਆਉਂਦਾ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਫੈਡਰੇਸ਼ਨ ਸ਼ਬਦ ਦਾ ਪ੍ਰਯੋਗ ਕਿੰਨੀ ਵਾਰੀ ਹੋਇਆ, ਤਾਂ ਇੱਕ ਵਾਰੀ ਵੀ ਨਹੀਂ ਹੋਇਆ। ਤਾਂ ਕਿਤੇ ਵੀ ਫੈਡਰੇਸ਼ਨ ਸ਼ਬਦ ਦਾ ਪ੍ਰਯੋਗ ਨਹੀਂ ਹੋਇਆ। ਫੈਡਰੇਸ਼ਨ ਅਤੇ ਯੂਨੀਅਨ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਫਰਕ ਹੈ। ਮੀਨਿੰਗ ਬੇਸ਼ੱਕ ਸੇਮ ਨਿਕਲ ਕੇ ਆਉਂਦਾ, ਸੰਘ ਨਿਕਲ ਕੇ ਆਉਂਦਾ, ਦੋਨਾਂ ਦਾ ਇੱਕੋ ਮੀਨਿੰਗ, ਬਟ ਦੋਨਾਂ ਦੇ ਵਿੱਚ ਫਰਕ ਬਹੁਤ ਵੱਡਾ ਹੈ। ਇਸ ਲਈ ਥੋੜ੍ਹਾ ਧਿਆਨ ਰੱਖਣਾ, ਇਹਦੇ ਫਰਕ ਨੂੰ ਵੀ ਆਪਾਂ ਕਦੇ ਕਿਸੇ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਪਰ ਇੰਨਾ ਧਿਆਨ ਰੱਖਣਾ ਕਿ ਭਾਰਤ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਯੂਨੀਅਨ ਕਿਹਾ ਗਿਆ, ਫੈਡਰੇਸ਼ਨ ਨਹੀਂ ਕਿਹਾ ਗਿਆ। ਠੀਕ ਹੈ, ਭਾਰਤ ਵੀ ਇੱਕ ਸੰਘਾਤਮਕ ਲੋਕਤੰਤਰੀ ਦੇਸ਼ ਹੈ। ਇਕਾਤਮਕ ਕਿਸਮ ਦੇ ਲੋਕਤੰਤਰੀ ਦੇਸ਼ ਵਿੱਚ ਰਾਜਾਂ ਅਤੇ ਕੇਂਦਰ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ। ਇਕਾਤਮਕ ਕਿਸਮ ਦਾ ਜੋ ਲੋਕਤੰਤਰੀ ਦੇਸ਼ ਹੁੰਦਾ ਉਸ ਦੇ ਵਿੱਚ ਰਾਜਾਂ ਅਤੇ ਕੇਂਦਰ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ, ਪਰ ਰਾਜਾਂ ਦੇ ਮੁਕਾਬਲੇ ਵਿੱਚ ਕੇਂਦਰ ਵਧੇਰੇ ਸ਼ਕਤੀਸ਼ਾਲੀ ਹੁੰਦਾ। ਰਾਜਾਂ ਦੇ ਮੁਕਾਬਲੇ ਦੇ ਵਿੱਚ ਕੇਂਦਰ ਜੋ ਹੈ ਵਧੇਰੇ ਸ਼ਕਤੀਸ਼ਾਲੀ ਹੁੰਦਾ ਹੈ। ਸਾਡੇ ਭਾਰਤ ਦਾ ਸੰਵਿਧਾਨ ਭਾਵੇਂ ਸੰਘਾਤਮਕ ਹੈ, ਪਰ ਕਿਸੇ ਅੰਦਰੂਨੀ ਜਾਂ ਬਾਹਰੀ ਸੰਕਟ ਸਮੇਂ ਕੇਂਦਰੀ ਸਰਕਾਰ ਦੀਆਂ ਸ਼ਕਤੀਆਂ ਵੱਧ ਜਾਣ ਕਾਰਨ ਦੇਸ਼ ਦਾ ਪ੍ਰਬੰਧਕੀ ਢਾਂਚਾ ਜੋ ਹੈ ਉਹ ਇਕਾਤਮਕ ਹੋ ਜਾਂਦਾ ਹੈ। ਭਾਵ ਭਾਰਤੀ ਸੰਵਿਧਾਨ ਦੇ ਵਿੱਚ ਜੇਕਰ ਭਾਰਤੀ ਸੰਵਿਧਾਨ ਦੇ ਵਿੱਚ ਦੇਖੀਏ ਤਾਂ ਆਪਾਂ ਨੂੰ 3 ਤਰ੍ਹਾਂ ਦੇ ਆਪਾਤਕਾਲ ਦਿੱਤੇ ਹੋਏ ਆ। ਰਾਸ਼ਟਰੀ ਆਪਾਤਕਾਲ, ਸੰਵਿਧਾਨਿਕ ਜੋ ਆਪਾਤਕਾਲ ਦਿੱਤਾ ਹੋਇਆ, ਅਤੇ ਤੀਜਾ ਆਪਾਂ ਨੂੰ ਦਿੱਤਾ ਹੁੰਦਾ ਆਰਥਿਕ ਸੰਕਟ ਕਾਲ ਜਾਂ ਆਪਾਂ ਨੂੰ ਵਿੱਤੀ ਸੰਕਟ ਕਾਲ ਜਿਹਨੂੰ ਕਹਿ ਦਿੰਦੇ ਹਾਂ। ਧਾਰਾ 352, ਧਾਰਾ 356 ਅਤੇ ਧਾਰਾ 360 ਦੇ ਅੰਦਰ ਆਉਂਦੇ ਆ ਤਿੰਨੇ ਆਪਾਤਕਾਲ। ਅੰਦਰੂਨੀ ਜਾਂ ਬਾਹਰੀ ਸੰਕਟ ਜੇ ਆਪਾਂ ਨੂੰ ਲੱਗੇ, ਧਾਰਾ 352 ਦੇ ਅਕੋਰਡਿੰਗ ਆਪਾਤਕਾਲ ਦੀ ਜੋ ਸਥਿਤੀ ਹੁੰਦੀ ਆ ਉਹਦੇ ਸਮੇਂ ਰਾਸ਼ਟਰਪਤੀ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਖੁਦ ਕਰਨ ਲੱਗ ਪੈਂਦਾ, ਅਤੇ ਜੇਕਰ ਇਹ ਆਪਾਤਕਾਲ ਲੱਗਦਾ ਉਸ ਸਮੇਂ ਸ਼ਕਤੀਆਂ ਕੇਂਦਰ ਦੇ ਹੱਥਾਂ ਦੇ ਵਿੱਚ ਚਲੀ ਜਾਂਦੀ ਹੈ ਸਾਰੀਆਂ, ਸਰਕਾਰ ਉਹਦੇ 'ਤੇ ਕੁਛ ਨਹੀਂ ਕਰ ਸਕਦੀ। ਉਸ ਕੰਡੀਸ਼ਨ ਦੇ ਵਿੱਚ ਜੋ ਆਪਣਾ ਜੋ ਹੈ ਪ੍ਰਬੰਧਕੀ ਢਾਂਚਾ ਜੋ ਹੈ ਉਹ ਇਕਾਤਮਕ ਹੋ ਜਾਂਦਾ ਹੈ, ਉਦੋਂ ਸੰਘਾਤਮਕ ਨਹੀਂ ਰਹਿੰਦਾ। ਪਰ ਆਮ ਸਿਚੁਏਸ਼ਨ ਦੇ ਵਿੱਚ ਆਪਣਾ ਜੋ ਪ੍ਰਬੰਧਕੀ ਢਾਂਚਾ ਹੈ ਉਹ ਸੰਘਾਤਮਕ ਚੱਲਦਾ ਰਹਿੰਦਾ ਹੈ, ਪਰ ਆਪਾਤਕਾਲ ਦੀ ਸਥਿਤੀ ਵਿੱਚ ਇਹ ਇਕਾਤਮਕ ਹੋ ਜਾਂਦਾ ਹੈ, ਕਿਉਂਕਿ ਸਾਰੀਆਂ ਸ਼ਕਤੀਆਂ ਦਾ ਜੋ ਪ੍ਰਯੋਗ ਹੈ ਉਹ ਕੇਂਦਰ ਵੱਲੋਂ ਕੀਤਾ ਜਾਂਦਾ। ਫਿਰ ਅੱਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਂਗੇ ਲੋਕਤੰਤਰ ਦੀਆਂ ਸਫਲਤਾ ਦੇ ਲਈ ਜ਼ਰੂਰੀ ਸ਼ਰਤਾਂ, ਅਤੇ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ। ਇਹ ਚੈਪਟਰ ਨੂੰ ਪੂਰਾ ਖਤਮ ਕਰਾਂਗੇ, ਅਤੇ ਵੀਡੀਓ ਨੂੰ ਜਲਦੀ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਓ। ਧੰਨਵਾਦ।